जितनी पतली कमर उतनी लंबी उम्र। 450-500 शुगर आना कोई चंगी गल नहीं थोड़े लिए, कितना डैमेज दे के गई कदे तुसी उहदा हिसाब नहीं लगाया। एवरी 6th पर्सन वर्ल्ड वाइड इंडियन जिहड़ा है वो डायबिटिक है। ਜਦੋਂ ਕਿਸੇ ਨੂੰ ਸ਼ੂਗਰ ਹੁੰਦੀ ਹੈ ਤਾਂ ਉਦੋਂ ਹਰ ਇੱਕ ਬੰਦਾ ਇਹ ਸਲਾਹ ਦਿੰਦਾ ਕਿ ਮਿੱਠਾ ਛੱਡ ਦਿਓ। ਤੁਸੀਂ ਵੀ ਇਹ ਸਲਾਹ ਦਿੰਦੇ ਹੋ? ਪੱਕਾ ਇਲਾਜ ਤਦ ਹੋ ਸਕਦਾ ਜੇ ਪੇਸ਼ੈਂਟ ਆਪਣੇ ਮੂੰਹ ਨੂੰ ਢੱਕਣ ਲਾ ਲੇ। ਡਾਕਟਰ ਸਾਹਿਬ ਸ਼ੂਗਰ ਦੀ ਬਿਮਾਰੀ ਇਹਦੇ ਕਾਰਨ ਕੀ ਹੈ? डायबिटीज़ कोई बहुत बड़ा हवा नहीं है। सो अल्टीमेटली ਅਸੀਂ प्रॉब्लम ਨੂੰ ਸਮਝੀਏ ਕਿ ਸ਼ੂਗਰ ਆਈ ਕਿਉਂ, ਉਹਦੇ ਕਾਰਨ ਕੀ ਨੇ, ਉਹਦੇ ਆਪਾਂ ਹੱਲ ਕੀ ਕੱਢਣੇ। ਭਰਵਾਂ ਜਿਹੜਾ ਹੈ ਪੇਟ ਖਾਣਾ ਨਹੀਂ ਖਾਣਾ। ਸ਼ਾਰਟ ਮੀਲਸ 5 ਛੋਟੇ ਮੀਲ ਲੈ ਲਓ, 3 ਰਹਿ ਜਾਵੇ ਮੀਲ ਦੀ ਜਗ੍ਹਾ। ਤੁਸੀਂ ਬਾਹਰ ਦਾ ਖਾਓ, ਮੈਨੂੰ ਕੋਈ ਦਿੱਕਤ ਨਹੀਂ ਹੈ, ਪਰ ਗਰਮ ਪਾਣੀ ਪੀਓ, ਪੇਟ ਨੂੰ ਵੱਧ ਤੋਂ ਵੱਧ ਸਾਫ਼ ਰੱਖੋ। ਜਿਹੜੀ ਤੁਸੀਂ ਦੁਨੀਆ ਖੂਬਸੂਰਤ ਦੁਨੀਆ ਦੇਖਣਾ ਚਾਹੁੰਦੇ ਹੋ ਉਹ ਤੁਸੀਂ ਆਉਣ ਵਾਲੇ 10 ਸਾਲ 15 ਸਾਲ ਪਹਿਲੇ ਹੋਰ ਖਰਾਬ ਕਰ ਰਹੇ ਹੋ। ਸ਼ੂਗਰ ਦੇ ਵਿੱਚ ਬੇਸਿਕਲੀ ਕੀ ਹੈ ਕਿ ਜਿਹਨਾਂ ਨੂੰ ਸ਼ੂਗਰ ਹੋਏਗੀ ਭੁੱਖ ਬਹੁਤ ਜ਼ਿਆਦਾ ਲੱਗੇਗੀ, ਫ੍ਰੀਕੁਐਂਟ ਯੂਰੀਨੇਸ਼ਨ ਆਏਗਾ, ਬੋਡੀ ਦੇ ਵਿੱਚ ਵੀਕਨੈਸ ਆਏਗੀ, ਲਥਾਰਜੀ ਹੋਏਗੀ, ਥਕਾਵਟ ਪੇਸ਼ੈਂਟ ਮੰਨੇਗਾ। ਜਿਨ੍ਹਾਂ ਦੀ 10-10 ਯੂਨਿਟ ਸਵੇਰੇ ਸ਼ਾਮ ਇਨਸੂਲਿਨ ਲੱਗਦੀ ਸੀ ਜਾਂ 15 ਤੱਕ ਵੀ ਜਾਂਦੀ ਸੀ, ਉਹਨਾਂ ਨੂੰ ਮੈਨੂੰ 3 months to 6 months ਲੱਗੇ ਨੇ। ਇਨਸੂਲਿਨ ਅਸੀਂ ਆਲਮੋਸਟ ਉਹਨਾਂ ਦੀ ਨਾ ਦੇ ਬਰਾਬਰ ਹੋ ਗਈ ਔਰ ਕੰਟਰੋਲਡ ਹੋ ਗਈ। ਕਿ ਜਿੰਨਾ ਤੁਹਾਡਾ ਪੇਟ ਵੱਧ ਸਾਫ਼ ਰਹੇਗਾ, ਧਿਆਨ ਰੱਖ ਕੇ ਚੱਲਣਾ, ਉਨੀ ਤੁਹਾਡੀ ਸ਼ੂਗਰ ਕੰਟਰੋਲ ਹੈ, ਉਹਨਾਂ ਤੁਸੀਂ ਫਿੱਟ ਹੋ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਆਨੰਦਪ੍ਰੀਤ ਸਿੰਘ, ਪ੍ਰਾਈਮ ਹੈਲਥ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੁੱਖ ਰੂਪ ਦੇ ਵਿੱਚ ਆਪਾਂ ਗੱਲ ਕਰਾਂਗੇ ਸ਼ੂਗਰ ਦੇ ਰੋਗ ਦੀ। ਇਹ ਰੋਗ ਆਖਰ ਹੁੰਦਾ ਕੀ ਹੈ ਤੇ ਇਹਦਾ ਇਲਾਜ ਆਯੁਰਵੇਦ ਦੇ ਵਿੱਚ ਕਿਸ ਤਰੀਕੇ ਦੇ ਨਾਲ ਹੋ ਸਕਦਾ ਹੈ, ਦੇਸੀ ਤਰੀਕੇ ਨਾਲ ਇਲਾਜ ਕਿਸ ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਇਹ ਪੂਰੀ ਜਿਹੜੀ ਪ੍ਰੋਗਰਾਮ ਹੈ, ਮੁਲਾਕਾਤ ਹੈ, ਇਹ ਜ਼ਰੂਰ ਦੇਖਿਓ। ਡਾਕਟਰ ਸੁਖਜਿੰਦਰ ਸਿੰਘ ਯੋਗੀ ਜੀ ਅੱਜ ਫਿਰ ਸਾਡੇ ਨਾਲ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ ਸ਼ੂਗਰ ਦੀ ਬਿਮਾਰੀ ਇਹਦੇ ਕਾਰਨ ਕੀ ਹੈ, ਇਹ ਕਿਉਂ ਹੁੰਦਾ ਹੈ? ਕਿਉਂਕਿ ਪਹਿਲਾਂ ਹੁੰਦਾ ਸੀਗਾ ਬਜ਼ੁਰਗਾਂ ਦੇ ਵਿੱਚ ਜ਼ਿਆਦਾਤਰ ਦੇਖਣ ਨੂੰ ਮਿਲਦਾ ਸੀ, ਪਰ ਅੱਜ ਕੱਲ੍ਹ ਹਰ ਇੱਕ ਜਿਹੜਾ ਉਮਰ ਹੈ ਉਸ ਦੇ ਜਿਹੜਾ ਚਾਹੇ ਬੱਚਾ ਆ, ਯੂਥ ਹੈ, ਹਰ ਇੱਕ ਨੂੰ ਹੁੰਦਾ ਹੈਗਾ। ਇਹਦੇ ਪਿੱਛੇ ਕਾਰਨ ਕੀ ਮੰਨਦੇ ਹੋ? देखो पहले तो शुगर है बीमारी, शुगर एक कली बीमारी नहीं, प्रॉब्लम ये जी वैसे लेके चलिए इन्हों एक प्रॉब्लम कहते डिजीज फैक्टर बाद च बनया जी। आयुर्वेद लेके चलते हैं, ये प्रमेह है। प्रमेह के विच भी जिहड़ा वातज प्रमेह है जिहड़ा ਉਹਦੇ ਵਿੱਚ ਇਹ ਜਾ ਕੇ ਮਧੂਮੇਹ ਡਾਇਬਟੀਜ਼ ਤਾਂ ਕਾਊਂਟ ਹੁੰਦਾ ਹੈ। प्रमेह बेसिकली आंदा जिहड़ा मधुमेह है जिन्हों असीं शुगर कहते हैं, डायबिटीज़ कहते हैं, 3 प्रकार की होंदी है। 1 इज़ डायबिटीज़ 1, डायबिटीज़ 2 एंड 3rd इज़ गैस्ट्रेशनल, कि जिहड़ी तुहानूं मदर तो तुहाडी गैस्ट्रेशनल पीरियड जब मदर प्रेगनेंट सी तो उस तो बच्चे नूं नाल होई, दैट इज़ गैस्ट्रेशनल डायबिटीज़। हुण जिहड़ी डायबिटीज़ है बेसिकली देखा जाए तुहाडा जिहड़ा अनहेल्दी फूड लाइफ स्टाइल है, थोड़ा फ्राइड फूड्स वाल बहुत ज़्यादा ध्यान है, ऑयली फूड्स वाला, ट्रांस फैट्स है जी, डाइजेस्ट नहीं करना, लैक ऑफ एक्सरसाइज है, कॉन्स्टिपेशन वाली, स्ट्रेस बहुत ज़्यादा रहना, टेंशन होनी, इन्हां चीज़ां करके ही बीमारी आती है। या ब्लड प्रेशर की दवाइयां चलनियां, कोलेस्ट्रोल की दवाइयां चलनियां, या तुहानूं किसी मेडिसिन तो कोई साइड इफेक्ट्स इदां है, तुहानूं शुगर हो गई है, हाई डोज ऑफ मेडिसिन या कोई तुहानूं इंजैक्शन इदां दा लग्या जिहदे करके तुहानूं प्रॉब्लम हो गई है, या कोई तुहाडे दी सर्जरीज हुई है जिहदे करके तुहानूं बाद च कोई बॉडी च प्रॉब्लम्स आईयां तां तुहानूं शुगर हो गई। सो देयर आर सो मैनी फैक्टर, कल्ला एक सिंगल फैक्टर शुगर बीमारी नूं जन्म नहीं दिंदा। कोई ना कोई पंजाबी जिन्हों कहते सौखी भाषा च कहिए तो बूंद बूंद नाल बाल्टी या घड़ा भरदा है, इक्को दिन च नहीं होना कुछ, कि ना ही कोई इदां दी चीज़ कहानी है। हाँ जे कोई थोड़ी गलती हुई है, मिसटेकन हुई है, उत्थों किते ना किते तुहानूं अगे प्रॉब्लम शुगर तां ही इवैल्यूएट करेगी, अदरवाइज शुगर नहीं आती है। जी डॉक्टर साहब बहुत सारे लोग कहते हैं कि पहला उन्होंने पिता जी नूं सीगी, फिर बीमारी उन्होंने कोले आ गई। ਇਹਦੀ ਬਿਮਾਰੀ ਦੇ ਵਿੱਚ ਜੇ ਆਪਾਂ ਲੱਛਣ ਜਾਣਨੇ ਹੋਣ ਕਿ ਇਹ ਲੱਛਣ ਕੀ ਹੈ ਇਹਦੇ ਬਿਮਾਰੀ ਦੇ? ਸ਼ੂਗਰ ਦੇ ਵਿੱਚ ਬੇਸਿਕਲੀ ਕੀ ਹੈ ਕਿ ਜਿਨ੍ਹਾਂ ਨੂੰ ਸ਼ੂਗਰ ਹੋਏਗੀ ਭੁੱਖ ਬਹੁਤ ਜ਼ਿਆਦਾ ਲੱਗੇਗੀ, ਫ੍ਰੀਕੁਐਂਟ ਯੂਰੀਨੇਸ਼ਨ ਆਏਗਾ, ਬੋਡੀ ਦੇ ਵਿੱਚ ਵੀਕਨੈਸ ਆਏਗੀ, ਲਥਾਰਜੀ ਹੋਏਗੀ, ਥਕਾਵਟ ਪੇਸ਼ੈਂਟ ਮੰਨੇਗਾ ਜੀ। ਸ਼ੂਗਰ ਦੇ ਵਿੱਚ ਪੇਸ਼ੈਂਟ ਦੀ ਜਿਹੜੀ ਅੱਖਾਂ 'ਚ ਭਾਰੀਪਨ ਹੈ, ਸਿਰ 'ਚ ਭਾਰੀਪਨ ਹੈ, ਟੈਨਸ਼ਨ ਹੈ, ਸਟ੍ਰੈਸ ਹੈ, ਗੁੱਸਾ, ਲੱਤਾਂ ਬਾਹਾਂ 'ਚ ਥਕਾਵਟ, ਵੀਕਨੈਸ ਹੋਣੀ। ਜਿੱਦਾਂ ਜਿੱਦਾਂ ਪੇਸ਼ੈਂਟ ਨੂੰ प्रॉब्लम शुगर वधी जाती है, ये जाके जाके की कहते कीटोएसिडोसिस एक प्रॉब्लम होती है जिहदे कि बॉडी दे विच जिहड़ी तुहाडी इंसुलिन है, इंसुलिन बनती नहीं तो तुहाडी बॉडी दे विच मसल जिहड़ा खाण लग जाती, फैट्स वो जब खाते प्रॉब्लम्स दे विच कीटोएसिडोसिस की बीमारी इस लैवल ते आ जाती है
ਕਿ ਜੇ ਤੁਹਾਡੇ ਯੂਰਿਨ ਦੇ ਵਿੱਚ ਕੀਟੋਨਸ ਆਣੇ ਸ਼ੁਰੂ ਹੋ ਜਾਂਦੇ ਆ ਤਾਂ ਕੀਟੋਨਸ ਆਣੇ ਸ਼ੁਰੂ ਹੁੰਦੇ, ਇਟ ਮੀਨਸ ਤੁਸੀਂ ਬਹੁਤ ਜ਼ਿਆਦਾ ਸੀਵੀਅਰ ਸਟੇਜ ਤੇ ਅੱਗੇ ਨਿਕਲ ਚੁੱਕੇ ਹੋ ਜੀ। ਤਾਂ ਅਲਟੀਮੇਟਲੀ ਆਪਾਂ ਉਸ ਪ੍ਰੋਬਲਮ ਤੋਂ ਪਹੁੰਚਣ ਤੋਂ ਪਹਿਲਾਂ ਹੀ ਅਸੀਂ ਆਪਣੇ ਆਪ ਦਾ ਪਰਹੇਜ਼ ਕਿਉਂ ਨਹੀਂ ਕਰਦੇ, ਖਾਣਾ ਪੀਣਾ। ਕਿਉਂਕਿ ਜੇ ਮੈਂ 80% ਲੈ ਕੇ ਚੱਲਦਾ ਤਾਂ ਮੈਂ ਸ਼ੂਗਰ ਜਿਨ੍ਹਾਂ ਨੂੰ ਸ਼ੂਗਰ ਹੈ, ਮੈਂ ਰਾਈਸ ਉਹਨਾਂ ਦੇ day 1 ਸਬਜੈਕਟ ਤੋਂ ਬੰਦ ਕਰਾਉਣਾ। ਅੱਛਾ। ਕਿਉਂਕਿ ਡਾਇਰੈਕਟ ਜਿਹੜਾ ਹੈ ਸ਼ੂਗਰ ਤੁਹਾਡੀ ਡਾਇਰੈਕਟ ਤੁਹਾਡੀ ਕਾਰਬੋਹਾਈਡਰੇਟ ਜਿਹੜੇ ਰਾਈਸ ਨੇ ਤੁਹਾਨੂੰ ਡਾਇਰੈਕਟ ਕਾਰਬ ਮਿਲਦੇ ਨੇ, ਕਾਰਬ ਮਿਲਣ ਕਰਕੇ ਤੁਹਾਨੂੰ ਬੋਡੀ ਦੇ ਵਿੱਚ ਗਲੂਕੋਸ ਲੈਵਲ ਇੱਕਦਮ ਚੱਕ ਦਿੰਦੀ ਹੈ। ਤੇ ਜਿਹੜਾ ਤੁਹਾਡਾ ਬੋਡੀ ਦੇ ਵਿੱਚ ਮਾਈਟੋਕੌਂਡਰੀਆ ਸੈੱਲ ਹੈ, ਸੈੱਲ ਦੇ ਵਿੱਚ ਮਾਈਟੋਕੌਂਡਰੀਆ ਉਹ ਮਾਈਟੋਕੌਂਡਰੀਆ ਸੈੱਲ ਉਹਨੇ ਆਲਰੇਡੀ ਉਹਦੇ 'ਚ ਪਹਿਲੇ ਹੀ ਸ਼ੂਗਰ ਇੰਨੀ ਜ਼ਿਆਦਾ ਹੈ ਉਹ ਨਹੀਂ ਲੈਂਦਾ ਵਾਪਸ। ਉਹ ਮੈਨੂੰ ਕਹਿੰਦਾ ਮੇਰੇ ਕੋਲ ਸਟੋਰ ਕਰਨ ਲਈ એનર્ਜੀ ਨਹੀਂ ਹੈ। ਜੇ ਤਾਂ ਤੁਹਾਡਾ ਕੋਈ ਚੀਜ਼ ਪਹਿਲੇ ਤੁਹਾਡੇ ਕੋਲ ਸਟਾਕ ਚੀਜ਼ ਕੋਈ ਬੰਦ ਪਈ ਹੈ, ਆਲਰੇਡੀ ਤੁਸੀਂ ਕਹਿੰਦੇ ਪੂਰਾ ਫਿਲ ਹੈ, ਤੁਸੀਂ ਉਹ ਚੀਜ਼ ਨੂੰ ਨਹੀਂ ਲਓਗੇ, ਰਿਪੇਲ ਕਰੋਗੇ। ਉਹ ਬੋਡੀ ਦਾ ਇੱਕ ਨੈਚੁਰਲ ਪ੍ਰੋਸੈਸ ਹੈ। ਮਾਈਟੋਕੌਂਡਰੀਆ ਸੈੱਲ ਕਹਿੰਦਾ ਮੇਰੇ ਕੋਲ એનર્ਜੀ ਗਲੂਕੋਜ਼ ਸਫੀਸ਼ੀਐਂਟ ਹੈ, ਮੈਨੂੰ ਹੋਰ ਲੋੜ ਨਹੀਂ। ਉਹ ਤੁਸੀਂ ਫਿਰ ਹੋਰ ਪਾਉਂਦੇ ਹੋ, ਜਦੋਂ ਪਾਉਂਦੇ ਵਾਪਸ ਰਿਪੇਲ ਮਾਰਦਾ ਤੇ ਬਲੱਡ ਦੇ ਵਿੱਚ ਸ਼ੂਗਰ ਲੈਵਲ ਵੱਧ ਜਾਂਦਾ। ਸੋ ਦੈਟ ਇਜ਼ ਕਾਲਡ ਐਜ਼ ਡਾਇਬਟੀਜ਼। ਡਾਇਬਟੀਜ਼ ਕੋਈ ਬਹੁਤ ਵੱਡਾ ਹਊਆ ਨਹੀਂ ਹੈ। ਸੋ ਅਲਟੀਮੇਟਲੀ ਅਸੀਂ ਪ੍ਰੋਬਲਮ ਨੂੰ ਸਮਝੀਏ ਕਿ ਸ਼ੂਗਰ ਆਈ ਕਿਉਂ, ਉਹਦੇ ਕਾਰਨ ਕੀ ਨੇ, ਉਹਦੇ ਆਪਾਂ ਹੱਲ ਕੀ ਕੱਢਣੇ ਆ। ਉਹਦਾ ਹੱਲ ਇਹੀ ਹੈ ਕਿ ਹਾਂ ਵੀ ਜਿਹੜੀ ਤੁਹਾਡੀ ਖਾਣਾ ਹੈ, ਸ਼ਾਰਟ ਮੀਲਸ ਖਾਓ, ਭਰਵਾਂ ਪੇਟ ਰਜਵਾ ਨਾ ਖਾਓ ਕਿ ਸਵੇਰੇ ਜੀ ਖਾਦੇ ਜੀ 4 ਪਰੌਂਠੇ। ਕਈ ਮੇਰੇ ਕੋਲ ਇੱਦਾਂ ਦੇ ਪੇਸ਼ੈਂਟਸ ਨੇ ਐਟਲੀਸਟ 40, 45 ਜਾਂ 50 ਏਜ ਦੇ ਵਿੱਚ ਵੀ ਜਾਂ 55, 60 ਸਾਲ ਦੀ ਉਮਰ ਦੇ ਵਿੱਚ ਵੀ ਗੱਲ ਕਰੋ ਤਾਂ ਹੁਣ ਵੀ ਉਹਨਾਂ ਦੀ ਡਾਈਟ ਹੈ ਜੀ ਦਿਨ 'ਚ 15 ਤੋਂ 16 ਰੋਟੀਆਂ ਖਾ ਜਾਂਦੇ ਆ ਜੀ, ਜਿਹੜੀ ਕਿ ਸੋਚਣ ਵਾਲੀ ਗੱਲ ਹੈ, ਹੈਰਾਨੀ ਦੀ। ਉਹ ਰੋਟੀਆਂ ਖਾਣਾ ਇਜ਼ ਨੋਟ ਅ ਸੋਲਿਊਸ਼ਨ, ਕਿਉਂਕਿ ਫਿਰ ਪੇਟ ਉਹਨਾਂ ਦੇ ਐਡੇ ਗੜਵੇ ਵਰਗੇ ਬਣ ਜਾਂਦੇ ਆ। ਫਿਰ ਉਹ ਕਹਿੰਦੇ ਜੀ 2, 4, 4 ਸਾਲਾਂ ਨੂੰ 5 ਸਾਲਾਂ ਤੋਂ ਸਾਨੂੰ ਜੀ ਸ਼ੂਗਰ ਵੀ ਹੋਣੀ ਸ਼ੁਰੂ ਹੋ ਗਈ, ਵੀਕਨੈਸ ਵੀ, ਲੱਤਾਂ ਵੀ ਖੜਦੀਆਂ, ਵੀਕਨੈਸ ਆਉਂਦੀ। ਉਹ ਕਿਉਂ ਆ ਰਹੀ ਹੈ? ਅਸੀਂ ਇਹ ਨਹੀਂ ਲੈ ਕੇ ਚੱਲਾਂ ਕੰਪੀਟੀਸ਼ਨ ਨਾਲ ਕਿ ਜੇ ਮੇਰੀ ਡਾਈਟ ਅੱਜ ਵੀ ਜੇ ਮੈਂ ਪਹਿਲੇ 20 ਸਾਲ ਪਹਿਲੇ 15-20 ਰੋਟੀਆਂ ਖਾਣਾ, ਜਾਂ 20 ਸਾਲ ਬਾਅਦ 20 ਰੋਟੀਆਂ ਖਾਣਾ। ਉਹ ਕੋਈ ਸਮਝਦਾਰੀ ਵਾਲੀ ਗੱਲ ਨਹੀਂ ਜੀ। जितनी पतली कमर उतनी लंबी उम्र। एटलीस्ट अपनी डाइट तुसी उन्नी हेल्दी रखो, प्लेजेंट रखो, वेजिटेबल्स खाओ, सब्जियां जिहड़ियां बॉइल्ड करके लो, प्रोटीन्स लो, किसी चीज़ की कोई दिक्कत नहीं, जूसिस लो। जिन्होंने शुगर है वो जूस ना लैन, बट अल्टीमेटली जिन्होंने शुगर नहीं है उन्होंने हेल्दी लाइफ स्टाइल मेनटेन करना जरूरी है, ताकि आने वाला जो फ्यूचर है, जे असी वर्ल्ड द स्टैट्स एटलस का डाटा मैं जो तुहानूं पढ़ के सुनाऊंगा, बहुत हैरानी वाली गल है कि इंडिया 2nd नंबर पर है चाइना तो बाद डायबिटीज़ दे विच। ते मैं जो हुण निश्चय असी मिशन देह रोगता भी साडा मिशन है, जिहदे च असी 75 साल के बजुर्गों तो उपर वाले नूं असी डायबिटीज़ डायबो कंट्रोल मेरी एक मेडिसिन है, असी टोटली फ्री देने हैं। जिन्हां लोगों को हायर लेवल ऑफ इंसुलिन होंदी वो भी कंट्रोल करन जो बहुत फायदा करती है, और जिहदे कोई साइड इफेक्ट्स नहीं है। ये प्रोडक्ट तुसी साडे क्लिनिक्स तो या बाहर किसी भी कंट्री बैठे तुसी अमेजोन तो भी लेना चाहो तो लै सकते हो। जिहड़े मैं प्रोडक्ट्स कढ़े ने, जिहड़ा अल्टीमेटली मेरा निश्चय यह है कि आने वाला जिहड़ा 2030 है उहते जे मैं स्टैट्स लैके चलना, बहुत गंभीर स्टैट्स मैनूं नज़र आ रहे हैं। तो मैं चाहता कि इस प्रोग्राम के राही जिन्ने भी लोगों को शुगर है वो सानू दिते है नंबर से कॉल करन, वो प्रोडक्ट वो मंगा के अपनी शुगर कंट्रोल करनी शुरू करन। अपनी डाइट हेल्दी लाइफ स्टाइल के भरवा जिहड़ा है पेट खाना नहीं खाना, शॉर्ट मील्स 5 छोटे मील ले लो, 3 रजवे मील की जगह जी, सैलड्स लो, मैनू कोई दिक्कत नहीं। तुहाडी वॉक बहुत जरूरी है, एक्सरसाइज जी बहुत जरूरी है, स्लीप इन टाइम चाहिए है, स्ट्रेस नहीं होना चाहिए, फोन की कई वरतों भी बहुत ज़्यादा रही है। एक लेट नाइट जॉब्स ने उत्थे पेशेंट्स को बहुत ज़्यादा दिक्कत रही है। एक उन्होंने जी डाइटरी हैबिट्स के पेशेंट्स को असीं नोटिस किया है कि उन्होंने जी कई बार मेडिकेशनस कुछ इदां दी चलदियां ने जिन्हां दी उन्होंने हार्ट के रिलेटेड मेडिसिनस भी नाल चल रही ने, या उन्होंने किडनी रिलेटेड मेडिसिन शुरू हो गई, क्योंकि जब तो शुगर का फ्लो कई बार जंप करती थ्रैशहोल्ड तो काफ़ी ऊपर GTT असीं लैके चलते काफ़ी हायर आ जाते हैं। पेशेंट की कहते 400 450 शुगर क्रॉस की जी होंदी है। कई पेशेंट्स कहते असीं एक्सीडेंटली चैक करा, साडी 450 500 शुगर आई सी जी, बट वो इस चीज़ नूं अपने आप नूं प्राउड समझते हैं। मैंने बहुत अजीब गल लगती कई दी फेशियल एक्सप्रैशनस तो 450 500 शुगर आना कोई चंगी गल नहीं है थोड़े लिए। वो कितना डैमेज दे के गई कदे तुसीं उहदा हिसाब नहीं लगाया। शुगर जी थोड़ी 150 200 खाली पेट जी तो कितने 400 आई है, वो थोड़े आने वाले 5 साल बाद थोड़ी किडनी का की हाल करके जाएगी, क्योंकि उन्हें डैमेज दे चुकी है जी। डैमेज देने तो बाद बॉडी ने उसको रिवाइव करने को कितना टाइम चाहिए। तो अल्टीमेटली असी शुगर दे विच जिहड़ी डाइट है उन्होंने कंट्रोल रखना है, प्लस जी थोड़ी ग्लूकोस लैवल है बॉडी के जो फालतू ग्लूकोस लैवल है वो असी जो प्रोडक्ट्स बनाए ने जिहदे कि स्पैशल गुड़मार है, मुलट्ठी है, अश्वगंधा है, काफ़ी इदां दी चीज़ां साडे 9-10 प्रोडक्ट्स ने 9-10 सॉरी ये हर्ब्स ने इदां दियां जिहड़ी एक्सट्रैक्ट फॉर्म दे विच असीं शिलाजीत दे नाल बेस करके बनाया, जिहड़ी कि तुहाडे ब्लड दे विच हायर ग्लूकोस लैवल है उन्होंने यूरिन ते स्टूल राही पास कर दिंदी है। तुहाडी बॉडी दे विच जिहड़ी नर्व्स की वीकनेस है, अखां दा भारीपन है, क्योंकि शुगर के 3 मेजर साइड इफेक्ट्स देखने को मिलते हैं। जिहड़ी डायबिटीज़ की 3 मेजर कॉम्प्लीकेशनस ने हर मरीज़ नूं याद रखण दी गल है।
ਕਿ ਜੋ ਤੁਸੀਂ ਅੱਜ ਦੀ ਡੇਟ 'ਚ ਸ਼ੂਗਰ ਨਹੀਂ ਕੰਟਰੋਲ ਕਰਕੇ ਰੱਖ ਕੇ ਚੱਲਦੇ, ਵੱਧ ਪਰਹੇਜ਼ੀਆਂ ਕਰਨ ਤੋਂ ਤੁਸੀਂ ਆਪਣੇ ਆਪ ਨੂੰ ਨਹੀਂ ਕੰਟਰੋਲ ਕਰਦੇ, ਤਾਂ ਆਉਣ ਵਾਲੇ ਟਾਈਮ ਦੇ ਵਿੱਚ 3 ਬਿਮਾਰੀਆਂ ਲਈ ਆਪਣੇ ਆਪ ਨੂੰ ਮੈਂਟਲੀ ਪ੍ਰਿਪੇਅਰ ਰੱਖ ਕੇ ਚੱਲੋ। ਵਨ ਇਜ਼ ਨਿਊਰੋਪੈਥੀ, ਤੁਹਾਡੀ ਜਿਹੜੀ ਹੈ ਨਰਵਸ ਉਹਨਾਂ ਨੂੰ ਤੰਗ ਕਰੇਗਾ, ਤੁਹਾਡੇ ਹੱਥ ਪੈਰ ਉਂਗਲਾਂ ਸੁੰਨ ਰਹਿਣ ਲੱਗ ਜਾਣਗੀਆਂ, ਜਿਹਨੂੰ ਅਸੀਂ ਤੁਹਾਡੀ ਜਿਹੜੀ ਹੈ ਨਿਊਰੋਪੈਥੀ ਕਹਿੰਦੇ ਹਾਂ। ਦੈਨ ਸੈਕਿੰਡ ਇਜ਼ ਰੈਟੀਨੋਪੈਥੀ। ਰੈਟੀਨੋਪੈਥੀ ਕਿ ਤੁਹਾਡੀ ਅੱਖਾਂ ਦੀ ਨਿਗਾਹ ਦੇ ਉੱਪਰ ਬਹੁਤ ਜ਼ਿਆਦਾ ਫਰਕ ਪੈਣ ਲੱਗ ਜਾਏਗਾ। ਜਿਹੜੀ ਕੈਟਰੈਕਟ ਹੈ, ਉਹ ਚੀਜ਼ਾਂ ਦੀ ਪ੍ਰੋਬਲਮ ਜਿਹਨੂੰ ਮੋਤੀਆ ਕਹਿੰਦੇ, ਉਹ ਏਜ ਤੋਂ ਪਹਿਲਾਂ ਆਉਣਾ ਸ਼ੁਰੂ ਹੋ ਜਾਏਗਾ। ਅੱਖਾਂ ਦੀ ਵਿਜ਼ਨ ਬਹੁਤ ਘੱਟ ਜਾਏਗੀ, ਤੁਹਾਨੂੰ ਦਿਸਣਾ ਘੱਟ ਜਾਏਗਾ। ਜਿਹੜੀ ਤੁਸੀਂ ਦੁਨੀਆ, ਖੂਬਸੂਰਤ ਦੁਨੀਆ ਦੇਖਣਾ ਚਾਹੁੰਦੇ ਹੋ, ਉਹ ਤੁਸੀਂ ਆਉਣ ਵਾਲੇ 10 ਸਾਲ 15 ਸਾਲ ਪਹਿਲੇ ਹੋਰ ਖਰਾਬ ਕਰ ਰਹੇ ਹੋ। ਥਰਡ ਸਭ ਤੋਂ ਵੱਡਾ ਇਫੈਕਟ ਪੈਂਦਾ ਤੁਹਾਡੀ ਕਿਡਨੀ ਦੇ ਉੱਪਰ, ਦੈਟ ਇਜ਼ ਕਾਲਡ ਐਜ਼ ਨੈਫਰੋਪੈਥੀ। ਨੈਫਰੋਪੈਥੀ ਦੇ ਵਿੱਚ ਕਿਡਨੀ ਦੇ ਵਿੱਚ ਤੁਹਾਡਾ ਕ੍ਰੀਏਟਿਨਿਨ ਲੈਵਲ ਬਹੁਤ ਹਾਈ ਕਰੇਗੀ। ਕਿਡਨੀ ਤੁਹਾਡੀ ਹੈ ਜਿਹਨੂੰ ਅਸੀਂ ਕਹਿੰਦੇ ਸ਼ਰਿੰਕ ਹੋਣ ਵਾਲੇ ਪਾਸੇ ਚੱਲ ਜਾਏਗੀ। ਕ੍ਰੀਏਟਿਨਿਨ ਲੈਵਲ ਹਾਈ ਹੋਏਗਾ, ਤੁਹਾਨੂੰ ਡਾਇਬਟੀਜ਼ ਦੀ ਕੰਪਲਿਕੇਸ਼ਨਸ ਕਰਕੇ ਤੁਹਾਨੂੰ ਡਾਇਲਿਸਿਸ ਤੱਕ ਬਹੁਤ ਰੈਗੂਲਰ ਲੈ ਕੇ ਜਾਣੇ ਪੈਂਦੇ ਆ। ਡਾਇਲਿਸਿਸ ਕਈ ਪੇਸ਼ੈਂਟਸ ਇੱਦਾਂ ਜਿਨ੍ਹਾਂ ਨੂੰ ਹਫਤੇ 'ਚ ਇੱਕ ਵਾਰੀ ਹੁੰਦਾ, ਕਿਸੇ ਨੂੰ ਦੂਜੇ ਤੀਜੇ ਦਿਨ ਹੁੰਦਾ, ਕਿਸੇ ਨੂੰ ਮਹੀਨੇ ਬਾਅਦ ਵੀ ਹੁੰਦਾ। ਤੇ ਅਸੀਂ ਉਹ ਪ੍ਰੋਬਲਮਸ ਨੂੰ ਹੁਣ ਤੋਂ ਹੀ ਕੰਟਰੋਲ ਕਿਉਂ ਨਹੀਂ ਕਰ ਸਕਦੇ? ਜੇ ਮੈਂ ਸਟੈਟਸ ਤੁਹਾਨੂੰ ਪੜ੍ਹ ਕੇ ਸੁਣਾਉਂਦਾ, ਧਿਆਨ ਨਾਲ ਹੁਣ ਮੇਰੀ ਗੱਲ ਸੁਣ ਕੇ ਚੱਲਣਾ। ਜਿਹੜੇ ਮੈਂ ਸਟੈਟਸ ਤੁਹਾਨੂੰ ਪੜ੍ਹਾਉਣ ਚੱਲੇ ਹਾਂ, ਤੁਸੀਂ ਹੁਣ ਉਹਨੂੰ ਸੁਣਿਓ ਧਿਆਨ ਨਾਲ, ਫਿਰ ਆਪਣੇ ਆਪ ਨੂੰ ਅਸੀਂ ਸੋਚੀਏ, ਅਸੀਂ ਪ੍ਰਣ ਲਈਏ ਆਉਣ ਵਾਲੇ ਖੁਸ਼ਹਾਲ ਪੰਜਾਬ ਦਾ, ਖੁਸ਼ਹਾਲ ਦੇਸ਼ ਦਾ ਅਸੀਂ ਇਹ ਪ੍ਰਣ ਲੈ ਕੇ ਚੱਲੀਏ। ਅਸੀਂ ਆਪਣੇ ਆਪ ਨੂੰ ਵੀ ਫਿੱਟ ਰੱਖਣਾ ਹੈ, ਅਸੀਂ ਆਉਣ ਵਾਲੀ ਪਨੀਰੀ ਬੱਚਿਆਂ ਨੂੰ ਵੀ ਫਿੱਟ ਰੱਖਣਾ ਹੈ। ਤੁਸੀਂ ਬਾਹਰ ਦਾ ਖਾਓ, ਮੈਨੂੰ ਕੋਈ ਦਿੱਕਤ ਨਹੀਂ ਹੈ, ਪਰ ਗਰਮ ਪਾਣੀ ਪੀਓ, ਪੇਟ ਨੂੰ ਵੱਧ ਤੋਂ ਵੱਧ ਸਾਫ਼ ਰੱਖੋ। ਉਹਦੇ ਮੈਂ ਦੋਨੋਂ ਤਿੰਨੋਂ ਤੁਹਾਡੇ ਲਈ ਹੱਲ ਲੈ ਕੇ ਆਇਆ ਕਿ ਆਪਣੇ ਪੇਟ ਨੂੰ ਕਲੀਨ ਰੱਖੋ, ਐਕਸਰਸਾਈਜ਼ ਕਰੋ, ਵਰਕਆਊਟ ਕਰੋ, ਮੇਨਟੇਨ ਰੱਖੋ ਆਪਣੇ ਆਪ ਨੂੰ। ਤੁਸੀਂ ਆਪਣੇ ਸਰੀਰ ਨੂੰ, ਮੂੰਹ ਨੂੰ ਪੰਜਾਬੀ 'ਚ ਕਹਿ ਲਓ ਡਸਟਬਿਨ ਨਾ ਬਣਾਓ। ਸਰੀਰ ਦਾ ਜਿੰਨਾ ਤੁਸੀਂ ਖਿਆਲ ਕਰ ਲਓਗੇ, ਆਉਣ ਵਾਲੀ ਤੁਸੀਂ ਵੀ ਪੀੜ੍ਹੀ ਤੰਦਰੁਸਤ ਰਹੋਗੇ ਅਤੇ ਆਉਣ ਵਾਲੇ ਬੱਚੇ ਤੁਹਾਡੇ ਤੰਦਰੁਸਤ ਰਹਿਣਗੇ। ਕਿਉਂਕਿ ਜੇ ਤੁਹਾਨੂੰ ਸ਼ੂਗਰ ਹੋਣ ਲੱਗ ਗਈ ਅਤੇ ਆਉਣ ਵਾਲੇ ਬੱਚਿਆਂ ਦੇ ਵਿੱਚ 60% ਜਿਹੜੀ ਹੈ ਕੰਪਲੀਕੇਸ਼ਨ, ਜਿਹੜੀ ਡਾਇਬਟੀਜ਼, ਜਿਹੜੀ ਵੀਰ ਜੀ ਨੇ ਗੱਲ ਕੀਤੀ, ਅਨੰਦਪ੍ਰੀਤ ਵੀਰ ਜੀ ਨੇ, ਕਿ ਪਿਤਾ ਪੁਰਖੀ, ਮਾਤਾ ਪੁਰਖੀ, ਦਾਦਕਿਆਂ 'ਚੋਂ, ਪੜਦਾਦਕਿਆਂ 'ਚੋਂ, ਨਾਨਕਿਆਂ 'ਚੋਂ, ਇਹ ਸਾਰੀ ਜੈਨੇਟਿਕਸ ਦੇ ਵਿੱਚ ਕਿਉਂ ਜਾਂਦੀਆਂ ਨੇ? ਕਿਉਂਕਿ ਅਸੀਂ ਜੇ ਅੱਜ ਕੰਟਰੋਲ ਕਰ ਲੈਂਦੇ ਹਾਂ, ਆਉਣ ਵਾਲਾ ਜਿਹੜਾ ਭਵਿੱਖ ਹੈ ਬੱਚਿਆਂ ਦਾ, ਉਹ ਅਸੀਂ ਸੇਫ ਕਰ ਸਕਦੇ ਹਾਂ। ਔਰ ਆਉਣ ਵਾਲੇ ਬੱਚਿਆਂ ਦਾ ਭਵਿੱਖ ਵੀ ਤਾਂ ਸੇਫ ਹੋਏਗਾ ਜੇ ਤੁਸੀਂ ਆਪਣੇ ਬੱਚਿਆਂ ਨੂੰ ਐਕਟਿਵ ਕਰੋਗੇ। ਰਾਦਰ ਮੰਨ ਲਓ ਤੁਹਾਡੇ ਦਾਦਕਿਆਂ ਦੇ ਵਿੱਚ ਤੁਹਾਡੇ ਫਾਦਰ ਸਾਹਿਬ ਨੂੰ ਡਾਇਬਟੀਜ਼ ਸੀ, ਤੁਹਾਨੂੰ ਇਸ ਉਮਰ 'ਚ 40-45 ਸਾਲ ਦੀ ਉਮਰ ਤੱਕ ਨਹੀਂ ਹੋਈ, ਪਰ ਤੁਹਾਡੇ ਬੱਚੇ ਓਵਰਵੇਟ ਹੋ ਰਹੇ ਨੇ। ਇਹ ਧਿਆਨ ਰੱਖ ਕੇ ਚੱਲਿਓ ਕਿ ਫਾਦਰ ਬੀਇੰਗ ਨਾਰਮਲ ਹੈ, ਜਿਹੜੇ ਗ੍ਰੈਂਡਫਾਦਰ ਨੇ ਬੱਚਿਆਂ ਦੇ, ਉਹਨੂੰ ਡਾਇਬਟਿਕ ਸੀ, ਪਰ ਜਿਹੜੇ ਉਹਨਾਂ ਦੇ ਪੋਤੇ ਨੇ, ਪੋਤੇ ਪੋਤੀਆਂ, ਉਹ ਬੱਚੇ ਓਵਰਵੇਟ ਨੇ, ਤੇ ਸਿੱਧਾ ਡਾਇਬਟਿਕ ਦਾ ਇਫੈਕਟ ਉੱਥੇ ਜਲਦੀ ਪੈ ਸਕਦਾ। ਸੋ ਅਸੀਂ ਇਹ ਨਾ ਸੋਚੀਏ ਕਿ ਮੈਂ ਤਾਂ ਫਿੱਟ ਬੈਠਾ ਜੀ, ਮੇਰੇ ਫਾਦਰ ਸਾਹਿਬ ਨੂੰ ਸ਼ੂਗਰ ਸੀ ਜੀ, ਜਾਂ ਮੇਰੀ ਮਾਤਾ ਜੀ ਨੂੰ ਸ਼ੂਗਰ ਸੀ, ਮੇਰੇ ਬੱਚਿਆਂ ਵੱਲ ਤਾਂ ਮੈਨੂੰ ਖਿਆਲ ਕਰਨ ਦੀ ਲੋੜ ਹੈ। ਪਰ ਬੱਚੇ ਜੇ ਉਹਦੇ ਓਵਰਵੇਟ ਹੋ ਰਹੇ ਨੇ ਤੇ ਉਹ ਬਿਮਾਰੀ ਦੇ ਘਰ ਬਣ ਰਹੇ ਨੇ। ਸੋ ਵੀ ਨੀਡ ਟੂ ਬੀ ਵੈਰੀ ਕੌਸ਼ੀਅਸ ਕਿ ਅਸੀਂ ਇਹ ਬਾਈਪਾਸ ਜਿਹੜਾ ਹੈ, ਉਹ ਚੈਨਲ ਵੀ ਜੇ ਇਨ ਕੇਸ ਵੱਧਦਾ ਉਧਰਲੇ ਪਾਸੋਂ, ਤੇ ਅਸੀਂ ਉਸ ਤੇ ਹੀ ਵਰਕਆਊਟ ਕਰਨਾ ਹੈ ਕਿ ਅਸੀਂ ਬੱਚੇ ਆਪਣੇ ਸੇਵ ਕਰਨਾ ਹੈ। ਹੁਣ ਮੈਂ ਲੈ ਕੇ ਚੱਲਦਾ ਜੇ ਡਾਟਾਸ ਤੇ ਲੈ ਕੇ ਚੱਲੀਏ। ਡਾਟਾ ਸੇ ਵਿਲ ਕਮ ਅਕਰੋਸ, ਜਿਹੜਾ ਲੇਟੈਸਟ ਡਾਟਾ ਹੈ ਉਹਦੇ 'ਚ ਹੈ ਕਿ ਤੁਹਾਡੀ ਜਿਹੜੀ ਆਪਾਂ 537 ਮਿਲੀਅਨ ਅਸੀਂ ਲੈ ਕੇ ਚੱਲਦੇ ਹਾਂ 20 to ਲੈ ਕੇ 79 ਈਅਰਸ ਆਫ ਜਿਹੜੇ ਪਰਸਨਸ ਨੇ ਉਹ ਵਿਦ ਡਾਇਬਟੀਜ਼ ਨੇ। ਟੋਟਲ ਨੰਬਰ ਆਫ ਪੇਸ਼ੈਂਟਸ ਅਸੀਂ ਲੈ ਕੇ ਚੱਲੇ ਤਾਂ 2030 ਤੱਕ ਇਹ 643 ਮਿਲੀਅਨ ਹੋ ਜਾਊਗਾ ਅੰਕੜਾ। 537 ਤੋਂ 643 ਵਿਚ ਇਜ਼ ਆਲਮੋਸਟ ਲਾਈਕ 100 ਮਿਲੀਅਨ ਦੇ ਨੇੜੇ ਪਹੁੰਚ ਗਏ ਅਸੀਂ। ਹੋਰ ਉਸ ਤੋਂ ਬਾਅਦ ਇਹੀ 763 ਪਹੁੰਚ ਜੂਗਾ ਜੇ 2045 ਰਹਿੰਦੀ ਹੈ ਤੱਕ। ਪਰ ਹੁਣ ਜੇ ਲੋਕਾਂ ਨੂੰ ਇੰਨਾ ਡਾਟਾ ਦਿਖਾਇਆ ਜਾਵੇ ਤਾਂ ਉਸ ਦੇ ਸਾਹਮਣੇ ਅਸੀਂ ਲੈ ਕੇ ਚੱਲੇ ਕਿ ਐਵਰੀ 6th ਪਰਸਨ ਵਰਲਡ ਵਾਈਡ ਇੰਡੀਅਨ ਜਿਹੜਾ ਹੈ ਉਹ ਡਾਇਬਟਿਕ ਹੈ, ਹਰ 6ਵਾਂ ਬੰਦਾ। ਹੁਣ ਅਸੀਂ ਸੋਚ ਕੇ ਚੱਲੇ ਕਿ ਆਉਣ ਵਾਲਾ ਅਸੀਂ ਆਪਣੀ ਕਮਿਊਨਿਟੀ ਨੂੰ ਅਸੀਂ ਕੀ ਦੇਣ ਲੱਗੇ। ਉਸ ਤੋਂ ਬਾਅਦ ਅਗਰ ਅਸੀਂ ਮੋਰ ਡਾਟਾ ਹੋਰ ਲੈ ਕੇ ਚੱਲੀਏ ਕਿ 6.7 ਮਿਲੀਅਨ ਡੈਥਸ ਹੁੰਦੀਆਂ ਨੇ ਐਵਰੀ ਈਅਰ। ਉਸ ਤੋਂ ਬਾਅਦ US ਜਿਹੜਾ ਸਪੈਂਡ ਕਰਦਾ ਹੈ 966 ਬਿਲੀਅਨ ਡਾਲਰ ਜਿਹੜਾ ਐਕਸਪੈਂਡੀਚਰ ਹੈਲਥ 'ਤੇ ਐਕਸਪੈਂਡ ਕਰਦਾ ਟੂਵਰਡਸ ਡਾਇਬਟੀਜ਼ ਨੂੰ ਕੰਟਰੋਲ ਕਰਨ ਲਈ। ਜੇ ਅਸੀਂ ਆਪਣੀ ਸਿਹਤ ਬਹੁਤ ਵਧੀਆ ਧਿਆਨ ਰੱਖ ਕੇ ਚੱਲੀਏ ਅਤੇ ਜਿਹੜੇ ਸਾਡੇ ਸਰਕਾਰਾਂ ਦਾ ਇੰਨਾ ਫਾਲਤੂ ਪੈਸਾ ਖਰਚ ਇੱਧਰਲੇ ਪਾਸੇ ਹੁੰਦਾ ਅਤੇ ਸਾਡੀ ਕੰਟਰੀ ਦੀ ਡਿਵੈਲਪਮੈਂਟ ਵੱਲ ਕਿਉਂ ਨਹੀਂ ਖਰਚ ਹੋਊਗਾ, ਚਾਹੇ US ਹੈ, ਚਾਹੇ ਕੈਨੇਡਾ ਹੈ, ਚਾਹੇ ਜਰਮਨੀ ਹੈ, ਚਾਹੇ ਇੰਡੀਆ ਹੈ। ਅਸੀਂ ਆਪਣੀ ਸਿਹਤ ਵੱਲ ਕਿਉਂ ਨਹੀਂ ਖਿਆਲ ਰੱਖ ਸਕਦੇ, ਨਿਰੋਗ ਅਸੀਂ ਸਰੀਰ ਕਿਉਂ ਨਹੀਂ ਰੱਖ ਸਕਦੇ, ਅਸੀਂ ਦੇਵ ਰੋਗਤਾ ਵੱਲ ਕਿਉਂ ਨਹੀਂ ਚੱਲਦੇ। ਉਸ ਤੋਂ ਬਾਅਦ ਅਸੀਂ ਲੈ ਕੇ ਚੱਲਦੇ ਹਾਂ 1.2 ਮਿਲੀਅਨ ਜਿਹੜੇ ਚਿਲਡਰਨਸ ਨੇ 0 to 19 ਈਅਰਸ, ਉਹ ਟਾਈਪ 1 ਡਾਇਬਟੀਜ਼ ਤੋਂ ਸਫਰ ਕਰ ਰਹੇ ਨੇ ਅਤੇ ਐਵਰੀ ਜਿੱਦਾਂ ਮੈਂ ਤੁਹਾਨੂੰ ਦੱਸਿਆ 1 in 6 ਲਾਈਵ ਬਰਥਸ ਕਿ ਅਫੈਕਟਡ ਬਾਏ ਦਾ ਡਾਇਬਟੀਜ਼ ਡਿਊਰਿੰਗ ਪ੍ਰੈਗਨੈਂਸੀ ਆਲਸੋ। ਇਸ ਤੋਂ ਇਲਾਵਾ ਜਿਹੜੇ 541 ਮਿਲੀਅਨ ਅਡਲਟਸ ਨੇ ਇੰਕਰੀਜ਼ ਇਨ ਦਾ ਰਿਸਕ ਫੈਕਟਰ ਆਫ ਡਾਇਬਟੀਜ਼ 2, ਉਹ ਇੰਨੀ ਸਪੀਡ ਨਾਲ ਜਿਹੜੀ ਸਾਡੀ ਹੈ ਐਫੀਕੇਸੀ ਟੂਵਰਡ ਸ਼ੂਗਰ ਵੱਧ ਰਹੀ ਹੈ। ਹੁਣ ਮੈਂ ਜੇ ਸ਼ੂਗਰ ਦੇ ਉੱਪਰ ਲੈ ਕੇ ਚੱਲਾਂ, ਜਿਹੜਾ ਸਾਡਾ ਮੇਨ ਅਗਲਾ ਨੈਕਸਟ ਜਿਹੜਾ ਵਿਸ਼ਾ ਹੈ ਸ਼ੂਗਰ ਦੇ ਉੱਪਰ, ਜਿਹੜਾ ਮੈਂ ਹੁਣ ਇਹ ਡਾਇਬੋ ਕੰਟਰੋਲ ਤੁਹਾਨੂੰ ਡ੍ਰੌਪਸ ਜਿਹੜੀ ਸਾਡੀ ਹੈ
ਉਹਦੇ 'ਚ ਮੈਂ ਲੈ ਕੇ ਚੱਲਦਾ ਤਾਂ ਇਹਦੇ ਜਿਹੜੇ ਅਸੀਂ ਕੰਟੈਂਟਸ ਪਾਏ ਨੇ, शिलाजीत हो गई, मामा जावा हो गया, अश्वगंधा हो गया, दैन शतावरी हो गया, करेला हो गया, मुलट्ठी हो गया, दैन इस गुड़मार बूटी, इन्हां ते एक्सट्रैक्ट्स असीं पाए ने ते मेथी। हुण जिहड़ा ये साडा डायबो कंट्रोल ड्रॉप्स है, परमात्मा की मेहर सदका मैनू इस ते इन्ना ट्रस्ट है, मैं इदां दे पेशेंट्स जिहड़े ने जिन्हां दी हायर यूनिट्स ऑफ इंसुलिन सी ऑन रिकॉर्ड्स मेरे को डाटा पे ने क्लिनिक ते कदे भी आके देख सकते हो, जिन्हां दी 10-10 यूनिट सवेरे शाम इंसुलिन लगती सी या 15 तक भी जाती सी, उन्होंने मैंने 3 months to 6 months लगे ने। इंसुलिन असी ऑलमोस्ट उन्होंने ना दे बराबर होगी और कंट्रोल्ड होगी, और उन्होंने वध तो वध असी पेट भी साफ रखाए, क्योंकि ये की है कि जी तुहाडी शुगर की कंट्रोल पावर है बॉडी दे विच, तुहानूं जिहड़ी है शुगर तुहाडी यूरिन ते स्टूल राही क्लीयर कर देंदी है एक्सेसिव ऑफ शुगर। सैकेंड, दूजा की करेगी, तुहानूं जिहड़ी बॉडी दे विच तुहाडी जिहड़ी न्यूरोपैथी वीकनेसिस है, न्यूरोपैथी दी प्रॉब्लम्स ने रिलेटेड टू हथ पैर सुन रहना, सिर च भारीपन रहना, अखां च भारीपन रहना, बॉडी दे विच वीकनेस आनी, थकेवा रहना, पेशेंट नूं लगदा मैनूं जान नहीं आ रही, मेरी लत्तां 'च मेरे 'च काम करन दी हिम्मत नहीं है, वो किते ना किते तुहानूं जिहड़ी कॉम्प्लीकेशनस ने उहनूं कवर करन लई शुगर दी जिहड़ी कॉम्प्लीकेशनस है वो कवर करन लई बहुत हेल्प करदा है। तुहाडी किडनीज़ नूं भी प्रोटैक्ट करन दे विच काफ़ी हेल्प करदा है कि वो ग्लूकोज लैवल नूं उन्ना हायर नहीं आण दिंदी। उस तो बाद जिहड़े पेशेंट्स नूं शुगर है ही है, ਉਹਦੇ ਨਾਲ मैं उन्होंने एक होर चीज़ सब तो वड्डी मैं दसना चाहांगा, साडा एक प्रोडक्ट है नाल वो मैं थोड़ा इंट्रोड्यूस कर लगा। ये साढ़े प्रोडक्ट सारे तुसीं Amazon ते भी लै सकते हो, और तुसीं साढ़े क्लिनिक्स ते भी लै सकते हो, या साढ़े WhatsApp नंबर ते तुसीं मैसेज ड्रॉप कर सकते हो जी। ये तो जिहड़ा मैं नैक्सट प्रोडक्ट ते लैके चलिया, ये जिहड़ा असीं साडा हैगा, दिस इज़ अ कब्ज़ गुल प्रोडक्ट। ये जिहड़ा कब्ज़ गुल है, ये इदां दा प्रोडक्ट है जिहदे पेशेंटां नूं 3-3 4-4 दिन पेट साफ नहीं हुंदा। असीं नॉर्मल 1 चम्मच तो लैके 1.5 चम्मच डोज दिंदे आ, या पौना चम्मच घट रहे, पेट ना साफ होंदा होवे रेगूलरली ज़्यादा, या लगे थोड़ी जी कब्ज़ है, माइल्ड कॉन्स्टिपेशन। तो जिहड़ा कब्ज़ गुल प्रोडक्ट है, ये कब्ज़ गुल प्रोडक्ट दे नाल कि तुहाडी आंतरा जिहड़ी खुश्की है वो क्लीयर करता है। ये बेसिकली असी जिहड़ा मेन मुख्य घटक रखे उन्होंने कहते एरंड का तेल। एरंड का तेल असी आयुर्वेद में लैके चलीए, ये जंगल च जिदा शेर का रोब होंदा है, वह एरंड के तेल का रोब है कि एरंड का तेल तुहाडी वात जिहड़ी वायु है, दोष है, उन्होंने क्लीयर करता है, अपान वायु नूं। कब्ज़ बहुत वड्डा विषय है, मैं नैक्सट एपीसोड के आने वाले एपीसोड के तुहाडे नाल कब्ज़ के उपर काफ़ी डिटेल्ड गल करांगा। तो कब्ज़ दे विच जिहड़ी आंतरा तुहाडी खुश्की है उन्होंने काफ़ी हद तक कंट्रोल करके तुहाडे वायु दोष नूं क्लीयर करता है, तुहाडी अपान वायु नूं कंट्रोल करता है, जिहदे नाल कि तुहाडा मल सुकदा नहीं है, पेट बहुत वधिया तुहाडा साफ हुंदा है। इस तो इलावा इहदे सनाए पत्तर है, दैट वर्क्स अ क्लीनजर। इहदे च असीं हरड़ वड्डी पाई है, जिहड़ा तुहाडा दीपन ते पाचन करेगी। उस तो बाद असीं इहदे च मुलट्ठी रखी है, विच वर्क्स एज अ मिठास दे नाल तुहाडे इंटेस्टाइन जिहड़ी कड़वाहट है उन्होंने बैलेंस करदी है। सौंफ है जिहड़ी तुहाडी ब्लोटिंग है उन्होंने कवर अप करती है। जिहड़ा सौचर नमक है, दैट वर्क्स एज अ डाइजेस्टिव पार्ट। उस तो बाद असीं सर्प इहदे च सज्जी क्षार रखे ते त्रिफला। सज्जी क्षार त्रिफला बारे हर बंदा ही तुहानूं दस सकदा है। ते कुटकी, सज्जी क्षार त्रिफला ते कुटकी दे बारे मैं दसां ते जिहड़ा त्रिफला है सानूं पता 3 चीज़ां दे फल ने, हरड़, बैड़ा, आंवला। वो थोड़ी बॉडी नूं डिटॉक्स रिजुवनेशन करता है ते एनर्जी गिविंग भी है। कुटकी तुहाडे लीवर तो जिहड़ी ब्लोटिंग दा पार्ट है, ध्यान रख के चलना, जिहड़े पेशेंट्स नूं गैस बनदी है ਉਹਦੇ 'ਚ ਇਹਦੇ ਨਾਲ ਅਸੀਂ ਮੁੱਖ ਘਟਕ ਕੁਟਕੀ ਨਾਲ ਰੱਖਿਆ ਹੈ, ਜਿਹੜਾ ਤੁਹਾਨੂੰ ਹੈਲਪ ਕਰਦਾ ਹੈ ਐਟਲੀਸਟ ਤੁਹਾਡੇ ਲੀਵਰ ਨੂੰ ਡੀਟੌਕਸ ਕਰਨ ਲਈ। ਤੇ ਉਸ ਤੋਂ ਬਾਅਦ ਜਿਹੜਾ ਸੱਜੀ क्षार ਹੈ, ਡੈਟ ਵਰਕਸ ਐਜ਼ ਅ ਐਲਕਲੀ। ਉਹ ਤੁਹਾਡੇ ਪੇਟ ਦੇ ਵਿੱਚ ਜਿੰਨਾ ਤੁਹਾਡੇ ਐਸਿਡਸ ਬਣੇ ਹੁੰਦੇ ਉਹਨਾਂ ਨੂੰ ਹੈਲਪ ਕਰਦਾ ਬੈਲੈਂਸ ਕਰਨ ਲਈ, ਤਾਂ ਕਿ ਜਿੰਨਾ ਤੁਹਾਡਾ ਪੇਟ ਵੱਧ ਸਾਫ਼ ਰਹੇਗਾ, ਧਿਆਨ ਰੱਖ ਕੇ ਚੱਲਣਾ, ਉਨੀ ਤੁਹਾਡੀ ਸ਼ੂਗਰ ਕੰਟਰੋਲ ਹੈ, ਉਹਨਾਂ ਤੁਸੀਂ ਫਿੱਟ ਹੋ। ਜਿੰਨਾ ਤੁਹਾਡਾ ਪੇਟ ਅੰਨ ਪੁਰਾਣੇ ਵਾਲਾ ਪਚਿਆ ਨਹੀਂ, ਹਜ਼ਮ ਨਹੀਂ ਆਇਆ, ਤੁਸੀਂ ਅਗਲਾ ਖਾਣ ਲੱਗ ਗਏ ਹੋ, ਤਾਂ ਇਟ ਮੀਨਸ ਯੂ ਆਰ ਕ੍ਰੀਏਟਿੰਗ ਅ ਪ੍ਰੋਬਲਮ। ਤੇ ਬਲੱਡ ਦੇ ਵਿੱਚ ਗਲੂਕੋਜ਼ ਦੇ ਲੈਵਲ ਵਧਣਗੇ, ਤੁਹਾਡੀ એનર્ਜੀ ਲੈਵਲਸ ਡਾਊਨ ਹੋਣਗੀਆਂ, ਤੁਸੀਂ ਨਾ ਕਿਤੇ ਆਪਣੇ ਆਪ ਨੂੰ ਸ਼ੂਗਰ ਵੱਲ ਪ੍ਰੋਨ ਕਰਨਾ ਸ਼ੁਰੂ ਕਰ ਰਹੇ ਹੋ। ਯੋਗੀ ਜੀ, ਇੱਕ ਸਵਾਲ ਇੱਥੇ ਹੈ, ਜਦੋਂ ਕਿਸੇ ਨੂੰ ਸ਼ੂਗਰ ਹੁੰਦੀ ਹੈ ਤਾਂ ਉਦੋਂ ਹਰ ਇੱਕ ਬੰਦਾ ਇਹ ਸਲਾਹ ਦਿੰਦਾ ਕਿ ਮਿੱਠਾ ਛੱਡ ਦਿਓ, ਤੁਸੀਂ ਵੀ ਇਹ ਸਲਾਹ ਦਿੰਦੇ ਹੋ? मिठा छड्डना इज़ नॉट ए सोल्यूशन। जे बहुत ज़्यादा शुगर है तो अल्टीमेटली फिर तो मिठा कुछ हद लिए छड्डना पैंदा उहदे। बट अल्टीमेटली मिठा छड्डण दे विच है कि जे शुगर उन्होंने जिस कारणों तो आई उहदी पहले तुसीं हिस्टरी पेशेंट की लैके चलनी है, उन्होंने शुगर आने का रीजन की है। वो किते बहुत नॉर्मल नालों एक्सेस मिठा तो नहीं खा रहा, ਉਹਦੀ ਜੇ ਤੁਸੀਂ ਕੁਆਟਰਲੀ ਸ਼ੂਗਰ ਚੈੱਕ ਕਰਾਓ, HbA1c ਹੁੰਦਾ ਹੈ। HbA1c ਜੇ ਉਹਦਾ 5.5 ਤੋਂ ਥੱਲੇ ਸੀ ਜੀ, ਫਿਰ ਸ਼ੂਗਰ ਆਉਣ ਦਾ ਚਾਂਸ ਨਹੀਂ। ਜੇ ਉਹਦਾ 6 ਹੈ ਜਾਂ 6.5 ਹੈ, ਇਟ ਮੀਨਸ ਉਹ ਵਿਆਹ ਸ਼ਾਦੀਆਂ 'ਚ ਫੰਕਸ਼ਨ 'ਚ ਕਿਤੇ ਜ਼ਿਆਦਾ ਖਾਧਾ ਗਿਆ, ਜਾਂ ਘਰੇ ਕਈ ਲੋਕਾਂ ਨੂੰ ਰਾਤੀ ਮਿੱਠਾ ਖਾਣ ਦੀ ਆਦਤ ਹੈ ਹੀ ਹੈ। ਬਟ ਜੇ ਮੈਂ ਦੂਜੇ ਪਾਸੇ ਲੈ ਕੇ ਚੱਲਦਾ ਆਯੁਰਵੇਦ ਦੇ ਆਧਾਰ 'ਤੇ, आयुर्वेद के आधार पर जिदा मैं कुछ पहले एपीसोड के भी साडा एक दिखाया मैं 13 GS1 साडा हर्बल फॉर्म ऑफ गुलकंद है जिस चांदी का वर्क पैंदा, वो आयुर्वेद के लैके चलीए तो सानू अन्न मधुर तो शुरू करना चाहिए। मधुर, अम्ल, लवण, कटु, तिक्त, कषाय। मिठा पहले खाना चाहिए जिद नाल तुहाडी गैस नहीं बनती, तुहाडा खाना हजम हो जाता है। तो वो की जिहड़ा मिठा उन्होंने कंटेंट असीं घट रख के चलना,
ਉਹਨੂੰ ਸ਼ੂਗਰ ਕਹਿਣਾ ਵੀ ਆਪਣੀ ਕੰਟਰੋਲ ਕਰਨੀ ਸ਼ੁਰੂ ਕਰ, ਡਾਈਟਰੀ ਹੈबिट्स ਆਪਣੀ ਸਹੀ ਕਰਕੇ ਚੱਲ। ਜੇ ਬਹੁਤ ਜ਼ਿਆਦਾ ਹਾਇਰ ਸ਼ੂਗਰ ਰਹਿੰਦੀ ਹੈ ਦੈਨ ਫੋਲੋ ਅ ਰੈਜੀਮਨ ਕਿ ਤੈਨੂੰ ਕਿਹੜੀ ਡਾਈਟ ਪੇਸ਼ੈਂਟ ਨੂੰ ਜ਼ਿਆਦਾ ਵਧੀਆ, ਤੇਰੀ ਪ੍ਰਕਿਰਤੀ ਅਨੁਸਾਰ। ਤੁਹਾਡੀ ਵਾਤਜ ਪ੍ਰਕਿਰਤੀ ਹੈ, ਪਿੱਤਜ ਹੈ, ਕਫਜ ਪ੍ਰਕਿਰਤੀ ਹੈ, ਦਵੰਦਜ ਪ੍ਰਕਿਰਤੀ ਜਿਹੜੀ ਹੈ, ਉਹਦੇ ਤੁਹਾਡੇ ਲਈ ਕਿਹੜਾ ਬੈਸਟ ਲਾਈਫ ਸਟਾਈਲ ਹੈ ਜਿਹਦੇ ਨਾਲ ਤੁਸੀਂ ਆਪਣੀ ਸ਼ੂਗਰ ਨੂੰ ਮੇਨਟੇਨ ਕਰ ਸਕੋ। ਤੇ ਆਉਣ ਵਾਲੀ ਜਿਹੜੀ ਸ਼ੂਗਰ ਦੀ ਮੈਂ 3 ਮੇਜਰ ਡੈਮੇਜ ਦੱਸੇ ਨੇ, ਨੈਫਰੋਪੈਥੀ, ਨਿਊਰੋਪੈਥੀ ਤੇ ਰੈਟੀਨੋਪੈਥੀ। ਇਹ 3 ਜਿਹੜੀ ਮੇਜਰ ਬਿਮਾਰੀਆਂ ਬਹੁਤ ਸਪੀਡ ਨਾਲ ਪੇਸ਼ੈਂਟ ਦੇ ਵਿੱਚ, ਯੂਥ ਵਿੱਚ ਵੀ ਵੱਧ ਰਹੀਆਂ ਨੇ, ਤੇ ਉਹਨਾਂ ਨੂੰ ਅਸੀਂ ਠੱਲ ਪਾਣੀ ਸ਼ੁਰੂ ਕਰ ਸਕੀਏ। ਡਾਕਟਰ ਸਾਹਿਬ ਕੀ ਇਹਦਾ ਪੱਕਾ ਇਲਾਜ ਹੈਗਾ? ਆਯੁਰਵੇਦ ਵਿੱਚ ਦੇਖੋ ਜੀ, ਜਿਹੜਾ ਮੈਂ ਲੈ ਕੇ ਚੱਲਦਾ ਕਿ ਜਿੱਥੇ ਤੱਕ ਮੇਰਾ ਐਕਸਪੀਰੀਅੰਸ ਹੈ, ਪੱਕਾ ਇਲਾਜ ਤਦ ਹੋ ਸਕਦਾ ਜੇ ਪੇਸ਼ੈਂਟ ਆਪਣੇ ਮੂੰਹ ਨੂੰ ਢੱਕਣ ਲਾ ਲੇ, ਕੰਟਰੋਲ ਕਰਨਾ ਸ਼ੁਰੂ ਕਰ ਲੇ। ਕੰਟਰੋਲ ਹੈ ਇਹਦਾ ਕਾਮਯਾਬ ਇਲਾਜ। 100% ਕੋਈ ਵੀ ਪੈਥੀ ਨਹੀਂ ਦੇ ਸਕਦੀ, ਮੈਂ ਕਲੀਅਰ ਦੱਸ ਦਿੰਦਾ, ਕਿਸੇ ਭੁਲੇਖੇ ਦੇ ਵਿੱਚ ਨਾ ਰਹਿਣਾ। ਸਾਡੀ ਵੀ ਜਿਹੜੀ ਮੈਡੀਸਨ ਹੈ ਤੁਹਾਨੂੰ ਇਨਸੂਲਿਨ ਤੋਂ ਨਾਨ ਇਨਸੂਲਿਨ ਤੇ ਅਸੀਂ ਕਰ ਦਾਂਗੇ, ਵੀ ਟੇਕ ਟਾਈਮ, ਬਟ ਮੈਨੂੰ ਇਸ ਪ੍ਰੋਡਕਟ ਤੋਂ ਇੰਨੀ ਕੁ ਉਮੀਦ ਹੈ, ਮੇਰੇ ਆਪਣੇ ਐਕਸਪੀਰੀਅੰਸ ਹੈ 22 ਸਾਲ ਦਾ ਐਕਸਪੀਰੀਅੰਸ, ਜੋ ਮੈਂ ਪ੍ਰੋਡਕਟ ਕੱਢਿਆ, ਤੁਸੀਂ ਵਨਸ ਯੂ ਗਿਵ ਅ ਟਰਾਇਲ ਟੂ ਦਿਸ ਮੈਡੀਸਨ, ਤੁਸੀਂ ਯੂਜ਼ ਕਰੋਗੇ, ਤੁਸੀਂ ਖੁਦ ਹੀ ਕਹੋਗੇ ਕਿ ਸਾਨੂੰ ਬਹੁਤ ਹੀ ਵਧੀਆ ਉਹਦਾ ਰਿਜ਼ਲਟਸ ਮਿਲੇ ਨੇ, ਐਂਡ ਵੀ ਫੀਲ ਕਿ ਹਾਂ ਵੀ ਦਿਸ ਇਜ਼ ਦ ਬੈਸਟ ਪ੍ਰੋਡਕਟ ਵੀ ਐਵਰ ਗॉट। ਅਖੀਰ ਦੇ ਵਿੱਚ ਤੁਸੀਂ ਆਪਦੇ ਵੱਲੋਂ ਕੀ ਕਹਿਣਾ ਚਾਹੁੰਦੇ ਹੋ, ਕੀ ਸੁਨੇਹਾ ਤੁਹਾਡੇ ਵੱਲੋਂ ਹੋਏਗਾ ਜਿਹੜੇ ਸਾਡੇ ਦਰਸ਼ਕ ਇਸ ਵੇਲੇ ਤੁਹਾਨੂੰ ਵੇਖ ਰਹੇ ਨੇ? ਮੈਂ ਐਂਡ ਦੇ ਵਿੱਚ ਆਪ ਸਭ ਨੂੰ ਬੇਨਤੀ ਇਹੀ ਕਰਾਂਗਾ ਕਿ ਜਿੱਦਾਂ ਸਿਆਣੇ ਬਜ਼ੁਰਗ ਕਹਿੰਦੇ, ਮੱਥਾ ਠੰਡਾ, ਪੇਟ ਨਰਮ ਤੇ ਪੈਰ ਗਰਮ। ਪਲੀਜ਼ ਆਪਣੇ ਆਪ ਦੇ ਸਰੀਰ ਦਾ ਖਿਆਲ ਰੱਖੋ। ਕਿਸੇ ਤਰ੍ਹਾਂ ਦੀ ਵੀ ਕੁਐਰੀ ਹੈ, ਸਾਡੇ ਦਿੱਤੇ ਨੰਬਰਾਂ ਤੇ ਮੈਸੇਜ ਡ੍ਰੌਪ ਕਰੋ। ਸਾਡੇ ਅਸਿਸਟੈਂਟਸ ਨੇ, ਕਾਉਂਸਲਰ ਨੇ, ਤੁਹਾਨੂੰ ਬੈਸਟ ਪੋਸੀਬਲ ਸੋਲੂਸ਼ਨ ਗਾਈਡ ਕਰਨਗੇ, ਜਿਹਦੇ ਨਾਲ ਕਿ ਤੁਹਾਨੂੰ ਅਸੀਂ ਬੈਸਟ ਪੋਸੀਬਲ ਜਿਹੜੇ ਹੈ ਅਸੀਂ ਰਿਜ਼ਲਟਸ ਦੇ ਸਕੀਏ। ਕਿਉਂਕਿ ਜਿੰਨੀ ਕਿ ਤੁਹਾਡੀ ਪ੍ਰੋਬਲਮਸ ਨੇ, ਬਿਮਾਰੀ ਕੋਈ ਵੀ ਹੈ, ਲਾਇਲਾਜ ਨਹੀਂ ਹੈ। ਰਾਦਰ ਕਿ ਤੁਸੀਂ ਉਹਨੂੰ ਹੋਰ ਲਾਇਲਾਜ ਨਾ ਬਣਾਓ, ਲਾਇਲਾਜ ਨਾ ਹੋਣ ਦੀ ਸਟੇਜ ਤੇ ਨਾ ਪਹੁੰਚੋ। ਰਾਦਰ ਕਿ ਅਸੀਂ ਉਹਨੂੰ ਕਵਰ ਅਪ ਕਰ ਸਕੀਏ, ਅਸੀਂ ਬੈਸਟ ਰੈਮਡੀਜ਼ ਲੈ ਕੇ ਚੱਲੀਏ, ਅਸੀਂ ਬੈਸਟ ਡਾਈਟ ਲੈ ਕੇ ਚੱਲੀਏ, ਬੈਸਟ ਐਕਸਰਸਾਈਜ਼ਸ ਲੈ ਕੇ ਚੱਲੀਏ ਕਿ ਮੈਂ ਉਹ ਕਿਹੜੀਆਂ ਚੀਜ਼ਾਂ ਕਰਾਂ ਕਿ ਜਿਹਦੇ ਨਾਲ ਮੈਂ ਬਿਮਾਰੀ ਦੀ ਜਿਹੜੀ ਜੜ ਹੈ ਜਾਂ ਜਿਹੜਾ ਬਿਮਾਰੀ ਦਾ ਮੈਂ ਚਿੱਕੜ ਹੈ ਉਹਦੇ 'ਚ ਆਪਣੇ ਆਪ ਨੂੰ ਹੋਰ ਨਾ ਧਕੇਲਾਂ। ਜਿੰਨਾ ਤੁਸੀਂ ਇਹਦੇ 'ਚ ਡੁੱਬਦੇ ਜਾਓਗੇ, ਜਿੰਨਾ ਤੁਸੀਂ ਲਾਈਫ ਨੂੰ ਇੰਜੋਏ ਵਾਲੇ ਪਾਸੇ ਲੈ ਕੇ ਚੱਲੋਗੇ, ਰਿਲੈਕਸੇਸ਼ਨ ਆਫ ਲਾਈਫ ਹੈ, ਕੋਈ ਐਕਸਰਸਾਈਜ਼ ਨਹੀਂ ਹੈ, ਸੈਡੈਂਟਰੀ ਲਾਈਫ ਸਟਾਈਲ ਇੰਜੋਏ ਚੱਲ ਰਿਹਾ, ਕਾਰਬਸ ਖਾ ਰਹੇ हैं, ड्रिंक्स चल रही हैं, पार्टीज चल रही हैं, अपने आप ਨੂੰ ਇੱਕ ਸਹੀ ਸੋਝੀ ਜਿਹੜੀ ਹੈ ਚੱਲੋ, ਆਪਣੀ ਲਾਈਫ ਸਟਾਈਲ ਨੂੰ ਮੇਨਟੇਨ ਕਰੋ, ਸੋ ਦੈਟ ਤੁਸੀਂ ਇੱਕ ਜਿਹੜਾ ਨਿਰੋਆ ਜੀਵਨ ਜੀਣਾ ਆਪਣੇ ਆਪ ਲਈ, ਆਪਣੇ ਬੱਚਿਆਂ ਲਈ, ਆਪਣੇ ਸਮਾਜ ਦੇ ਲਈ ਤੁਸੀਂ ਇੱਕ ਮੋਰਲ ਐਗਜ਼ਾਮਪਲ ਤਦ ਬਣ ਸਕਦੇ ਹੋ ਜੇ ਤੁਸੀਂ ਆਪ ਸਹੀ ਚੱਲ ਰਹੇ ਹੋ। ਜੇ ਤੁਸੀਂ ਆਪ ਨਹੀਂ ਸਹੀ ਚੱਲ ਸਕਦੇ ਤਾਂ ਅਸੀਂ ਕਿਸੇ ਨੂੰ ਕੀ ਉਦਾਹਰਨ ਦੇਵਾਂਗੇ ਜੀ। ਸੋ ਬੈਸਟ ਪਾਰਟ ਇਜ਼ ਜਿਹਦਾ ਪਰਮਾਤਮਾ ਨੇ ਵੀ ਸਭ ਨੂੰ ਦੇ ਰੋਗਤਾ ਤੇ ਬਖਸ਼ੀ ਹੈ, ਤੇ ਮੈਂ ਸਭ ਨੂੰ ਚਾਹੁੰਦਾ ਉਹਨਾਂ ਨੂੰ ਦੇ ਰੋਗਤਾ ਬਖਸ਼ਣ। ਤੇ ਇਸ ਦੇ ਵਿੱਚ ਇੱਕ ਲਾਸਟ ਵਿੱਚ ਮੈਂ ਹੋਰ ਆਪ ਜੀ ਨੂੰ ਮੈਸੇਜ ਦੇਣਾ ਚਾਹਾਂਗਾ। ਸਾਡਾ ਇੱਕ ਸੋਸਾਇਟੀ NGO ਮਿਸ਼ਨ ਦੇ ਰੋਗਤਾ, ਮਿਸ਼ਨ ਦੇ ਰੋਗਤਾ ਦੇ ਵਿੱਚ ਜਿਹੜਾ ਡਾਇਬੋ ਕੰਟਰੋਲ ਡ੍ਰੌਪਸ ਹੈ, ਇਹ 75 ਏਜ ਪਲੱਸ ਵਾਲਿਆਂ ਤੋਂ ਉੱਪਰ ਜਿਹੜੇ ਨੇ ਆਪਣਾ ਆਧਾਰ ਕਾਰਡ ਸਾਨੂੰ WhatsApp ਕਰ ਦੇਣ। ਇੰਡੀਆ ਦੇ ਵਿੱਚ ਕਿਸੇ ਵੀ ਜਗ੍ਹਾ ਨੇ, ਉਹਨਾਂ ਨੂੰ ਮੈਡੀਸਨ ਟੋਟਲੀ ਫ੍ਰੀ ਜਾਂਦੀ ਹੈ, ਤੇ ਮੈਡੀਸਨ ਉਹਨਾਂ ਟੋਟਲੀ ਫ੍ਰੀ ਹੈ ਸਾਡੇ ਵੱਲੋਂ। ਜਿਹੜੀ ਡਾਇਬੋ ਕੰਟਰੋਲ ਡ੍ਰੌਪਸ ਹੈ 75 ਸਾਲ ਤੋਂ ਉੱਪਰ ਵਾਲੇ ਆਪਣਾ ਆਧਾਰ ਕਾਰਡ ਭੇਜ ਦੇਣ ਤਾਂ ਕਿ ਇਹਨਾਂ ਨੂੰ ਜੋ ਬੈਸਟ ਪੋਸੀਬਲ ਹੈ। ਤੇ ਕਬਜ਼ਗੁਲ ਮੈਡੀਸਨ ਵੀ ਟੋਟਲੀ 75 ਸਾਲ ਤੋਂ ਉੱਪਰ ਵਾਲੇ ਨੂੰ ਫ੍ਰੀ ਹੈ, ਤਾਂ ਕਿ ਤੁਸੀਂ ਘਰ ਬੈਠੇ ਆਪਣੇ ਆਪ ਨੂੰ, ਮੈਂ ਚਾਹੁੰਦਾ ਕਿ ਜਿਹੜੇ ਸਾਡੇ ਬਜ਼ੁਰਗ ਨੇ, ਸਾਡੀ ਸਮਾਜ ਦੀ ਜਿਹੜੀ ਹੋਂਦ ਇਹਨਾਂ ਨੇ ਬਣਾਈ ਹੈ ਉਹ ਬਰਕਰਾਰ ਰਵੇ। ਤੇ ਮੈਂ ਚਾਹੁੰਦਾ ਮੇਰੇ ਬਜ਼ੁਰਗ ਨੇ ਜਿਹੜੇ ਉਹ ਬਹੁਤ ਵਧੀਆ ਦੇਹ ਰੋਗਤਾ ਨਾਲ ਜ਼ਿੰਦਗੀ ਆਪਣੀ ਖੁਸ਼ਹਾਲ ਜੀਣ ਜੀ। ਡਾਕਟਰ ਸਾਹਿਬ ਸਵਾਲ ਹਜੇ ਮੁੱਕੇ ਨਹੀਂ, ਮੈਨੂੰ ਲੱਗਦਾ ਅਗਲੇ ਪ੍ਰੋਗਰਾਮਾਂ ਦੇ ਵਿੱਚ ਲੜੀਵਾਰ ਆਪਾਂ ਪ੍ਰੋਗਰਾਮ ਕਰਾਂਗੇ, ਤੇ ਉਸ ਤੋਂ ਬਾਅਦ ਜਿਹੜੇ ਬਹੁਤ ਸਾਰੇ ਦਰਸ਼ਕਾਂ ਦੇ ਸਵਾਲ ਹੋਣਗੇ ਉਹ ਵੀ ਤੁਹਾਨੂੰ ਜ਼ਰੂਰ ਪੁੱਛਾਂਗੇ। ਬਿਲਕੁਲ ਜੀ, ਬਿਲਕੁਲ। ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਧੰਨਵਾਦ, ਸ਼ੁਕਰੀਆ। ਥੈਂਕ ਯੂ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਤਾਂ ਡਾਕਟਰ ਸੁਖਚਿੰਦਰ ਸਿੰਘ ਯੋਗੀ ਜੀ ਹੋਰਾਂ ਦੇ ਨਾਲ ਮੁਲਾਕਾਤ ਕੀਤੀ। ਸ਼ੂਗਰ ਦੇ ਰੋਗ ਹੈ ਕੀ ਹੈ ਤੇ ਉਸ ਤੋਂ ਬਾਅਦ ਇਲਾਜ ਕਿੱਦਾਂ ਹੋ ਸਕਦਾ ਹੈ, ਇਹ ਜਾਣਨ ਦੀ ਕੋਸ਼ਿਸ਼ ਕੀਤੀ। ਤੁਹਾਡੇ ਬਹੁਤ ਸਾਰੇ ਸਵਾਲ ਤੁਹਾਡੇ ਜ਼ਿਹਨ 'ਚ ਹੋਣਗੇ, ਤੇ ਪ੍ਰਤੀਕਿਰਿਆ ਦੇ ਰੂਪ ਦੇ ਵਿੱਚ, ਆਪਣੀ ਟਿੱਪਣੀ ਦੇ ਰੂਪ ਦੇ ਵਿੱਚ ਸਾਨੂੰ ਆਪਣੇ ਸਾਰੇ ਸਵਾਲ ਜ਼ਰੂਰ ਭੇਜਿਓ। ਤੇ ਉਮੀਦ ਕਰਦੇ ਹਾਂ ਕਿ ਅਗਲੇ ਸਵਾਲਾਂ ਨੂੰ ਲੈ ਕੇ ਡਾਕਟਰ ਸਾਹਿਬ ਨਾਲ ਗੱਲਬਾਤ ਕਰੀਏ ਤੇ ਉਹਨਾਂ ਸਵਾਲਾਂ ਦੇ ਵੀ ਜਵਾਬ ਆਪਾਂ ਜ਼ਰੂਰ ਲਈਏ। ਫਿਲਹਾਲ ਮੈਨੂੰ ਅਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ। ਸਤਿ ਸ਼੍ਰੀ ਅਕਾਲ।